ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਹਨ। ਸਤਿਗੁਰੂ ਜੀ ਦੀ ਬਖਸ਼ਿਸ਼ ਮਿਹਰ-ਆਮਦ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਅੰਦਰ ਸੋਝੀ ਦਿੰਦੇ ਹੋਏ ਸਾਨੂੰ ਸਮਝਾਉਂਦੇ ਨੇ। ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਦਾਤਾਂ ਦੇਣ ਵਾਲਾ ਦਾਤਾ ਹੈ ਤੇ ਅਸੀਂ ਸਭ ਉਸ ਵਾਹਿਗੁਰੂ ਦੇ ਦਰ ਦੇ ਮੰਗਤੇ, ਅਸੀਂ ਸਭ ਉਹਦੇ ਜਾਚਕ ਤੇ ਅਸੀਂ ਜਾਚਕ ਵੀ ਐਸੇ ਹਾਂ, ਅਸੀਂ ਸੰਸਾਰ ਦੀਆਂ ਹੀ ਵਸਤੂਆਂ ਉਸ ਵਾਹਿਗੁਰੂ ਦੇ ਕੋਲੋਂ ਮੰਗਦੇ ਰਹਿੰਦੇ ਹਾਂ। ਸਤਿਗੁਰੂ ਕਹਿੰਦੇ ਤੂੰ ਦਾਤੋ ਹਮ ਜਾਚਕਾ, ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਅਸੀਂ ਹਾਂ ਮੰਗਤੇ ਜਾਚਕ, ਹਮ ਜਾਚਕਾ, ਤੂੰ ਦਾਤੋ, ਤੂੰ ਦਾਤਾ। ਇੱਥੇ ਸਿਰਫ ਵਾਹਿਗੁਰੂ ਹੈ ਦਾਤਾ, ਸਿਰਫ ਪਰਮੇਸ਼ਰ, ਸਿਰਫ ਪਰਮੇਸ਼ਰ, ਬਾਕੀ ਸਭ ਮੰਗਤੇ ਨੇ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਸਾਨੂੰ ਲੱਗੇ ਕਿ ਸ਼ਾਇਦ ਅਸੀਂ ਮੰਗਤੇ ਥੋੜੀ ਨਾ, ਅਸੀਂ ਮੰਗਤਾ ਉਸੇ ਨੂੰ ਸਮਝਦੇ ਹੋਈਏ ਜਿਹੜਾ ਮੰਗਤਾ ਬਾਹਰ ਗਲੀਆਂ ਵਿੱਚ, ਦੁਕਾਨਾਂ ਤੇ, ਸਾਡੇ ਘਰਾਂ ਵਿੱਚ ਜਿਹੜਾ ਮੰਗਦਾ ਫਿਰਦਾ, ਅਸੀਂ ਉਸ ਨੂੰ ਮੰਗਤਾ ਜਾਣਦੇ ਹੋਈਏ। ਜਿਹੜਾ ਕਿਸੇ ਮੰਦਿਰ ਗੁਰਦੁਆਰੇ ਦੇ ਬਾਹਰ ਬੈਠਾ ਮੰਗਦਾ, ਸਾਨੂੰ ਲੱਗਦਾ ਸ਼ਾਇਦ ਉਹੀ ਮੰਗਤਾ ਹੈ, ਅਸੀਂ ਥੋੜੀ। ਪਰ ਅਸੀਂ ਵੀ ਮੰਗਤੇ ਹੀ ਹਾਂ। ਸਤਿਗੁਰੂ ਕਹਿੰਦੇ ਇੱਥੇ ਦਾਤਾ ਸਿਰਫ ਵਾਹਿਗੁਰੂ ਹੈ, ਬਾਕੀ ਸਾਰੀ ਦੁਨੀਆ ਮੰਗਣ ਵਾਲੀ ਹੀ ਹੈ, ਬਾਕੀ ਸਾਰਾ ਸੰਸਾਰ ਮੰਗਣ ਵਾਲਾ ਹੀ ਹੈ। ਸਤਿਗੁਰੂ ਕਹਿੰਦੇ ਸਗਲ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰੇ ਇੱਥੇ ਭਿਖਾਰੀ ਨੇ, ਦਾਤਾ ਸਿਰਫ ਵਾਹਿਗੁਰੂ ਹੈ। ਦਾਤਾਂ ਦੇਣ ਵਾਲਾ ਸਿਰਫ ਉਹ ਹੈ। ਹਾਂ, ਕੋਈ ਥੋੜੀ ਚੀਜ਼ ਮੰਗ ਸਕਦਾ, ਕੋਈ ਬਹੁਤੀ, ਕੋਈ 2-4 ਹਜ਼ਾਰ, ਕੋਈ 2-4 ਲੱਖ ਤੇ ਕੋਈ 2-4 ਕਰੋੜ। ਇਸ ਕਰਕੇ ਮੰਗਣ ਵਾਲੀਆਂ ਸਾਡੀਆਂ ਜਿਹੜੀਆਂ ਚੀਜ਼ਾਂ ਨੇ, ਜੋ ਅਸੀਂ ਮੰਗਦੇ ਹਾਂ, ਉਹਨਾਂ ਦੀ ਗਿਣਤੀ ਵਿੱਚ ਥੋੜਾ ਫਰਕ ਹੋ ਸਕਦਾ ਹੈ, ਪਰ ਅਸੀਂ ਮੰਗਦੇ ਸਭ ਹਾਂ, ਜਾਚਨਾ ਕਰਦੇ ਹਾਂ। ਸਤਿਗੁਰੂ ਕਹਿੰਦੇ ਜਾਚਨਾ ਕਰਨ ਹੀ ਲੱਗਾ ਹੈ ਤਾਂ ਉਹਦੇ ਦਰ ਤੋਂ, ਤਾਂ ਆ ਬੇਨਤੀ ਕਰ, ਹਰ ਦਰਸ਼ਨ ਦੀਜੈ, ਹੇ ਵਾਹਿਗੁਰੂ ਆਪਣਾ ਦਰਸ਼ਨ ਦੇ, ਆਪਣਾ ਦੀਦਾਰ ਬਖਸ਼, ਆਪਣੀ ਇਹ ਰਹਿਮਤ ਕਰ। ਕਿਉਂਕਿ ਹੋਰ ਸਭ ਚੀਜ਼ਾਂ, ਹੋਰ ਸਭ ਦਾਤਾਂ ਉਹ ਤਾਂ ਦੇਰ ਸਵੇਰ ਮਿਲ ਹੀ ਜਾਣਗੀਆਂ, ਉਹ ਤਾਂ ਦੇਰ ਸਵੇਰ ਹਾਸਲ ਹੋ ਹੀ ਜਾਣਗੀਆਂ, ਮਿਲ ਹੀ ਰਹੀਆਂ ਨੇ ਸਾਨੂੰ। ਬਹੁਤ ਸਾਰੀਆਂ ਸਾਡੀਆਂ ਲੋੜਾਂ ਉਹ ਰੋਜ਼ ਪੂਰੀਆਂ ਹੋ ਰਹੀਆਂ ਨੇ। ਜਿਨ੍ਹਾਂ ਦੀ ਅਸੀਂ ਮੰਗ ਕਰਦੇ ਹਾਂ ਉਹ ਅਸਲ ਵਿੱਚ ਸਾਡੀਆਂ ਲੋੜਾਂ ਨਹੀਂ ਹੁੰਦੀਆਂ, ਉਹ ਸਾਡੀਆਂ ਲੋੜਾਂ ਤੋਂ ਵੱਧ ਕੇ ਹੁੰਦਾ ਹੈ। ਕਿਉਂਕਿ ਲੋੜਾਂ ਤਾਂ ਸਾਡੀਆਂ ਬਹੁਤ ਸੀਮਤ ਹੁੰਦੀਆਂ, ਲੋੜਾਂ ਸਾਡੀਆਂ ਬਹੁਤ ਸੀਮਤ ਨੇ। ਲੋੜ ਕੀ ਹੈ? ਲੋੜ ਰੋਟੀ ਦੀ ਹੈ, ਉਹ ਪੂਰੀ ਹੋ ਰਹੀ ਹੈ। ਲੋੜ ਕੱਪੜੇ ਦੀ ਹੈ, ਉਹ ਪੂਰੀ ਹੋ ਰਹੀ ਹੈ। ਲੋੜ ਘਰ ਦੀ ਹੈ, ਉਹ ਪੂਰੀ ਹੋ ਰਹੀ ਹੈ। ਇਹਨਾਂ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਸਭ ਵਸਤੂਆਂ ਤੋਂ ਇਲਾਵਾ ਜੋ ਵੱਖਰੀਆਂ ਚੀਜ਼ਾਂ ਨੇ, ਮਹਿੰਗੀ ਕਾਰ, ਮਹਿੰਗਾ ਮੋਬਾਈਲ ਫੋਨ,
ਮਹਿੰਗੀਆਂ ਮਹਿੰਗੀਆਂ ਹੋਰ ਚੀਜ਼ਾਂ, ਹੋਰ ਫੈਸ਼ਨ, ਹੋਰ ਕਈ ਤਰ੍ਹਾਂ ਦੇ ਦਿਖਾਵੇ ਦੇ ਕਰਮ, ਉਹ ਚੀਜ਼ਾਂ ਸਾਡੀਆਂ ਜ਼ਿਆਦਾਤਰ ਮੰਗਾਂ ਉਹਨਾਂ ਚੀਜ਼ਾਂ ਦੀਆਂ ਹੁੰਦੀਆਂ, ਉਹਨਾਂ ਵਸਤੂਆਂ ਦੀਆਂ ਹੁੰਦੀਆਂ। ਇਸ ਲਈ ਸਤਿਗੁਰੂ ਕਹਿੰਦੇ ਇਹ ਚੀਜ਼ਾਂ ਦੇ ਸਵੇਰ ਮਿਲ ਹੀ ਜਾਣਗੀਆਂ, ਪਰ ਜੇ ਮੰਗਣ ਲੱਗਾ ਹੀ ਹੈ, ਜੇ ਮੰਗਤਾ ਬਣਿਆ ਹੀ ਹੈ ਉਹਦੇ ਦਰ ਤੇ, ਤਾਂ ਉਹਨੂੰ ਹੀ ਮੰਗ ਲੈ, ਉਸ ਵਾਹਿਗੁਰੂ ਨੂੰ। हे सच्चे पातशाह, तू दातो हम जाचका, तू मालक है दाता है असी हाँ जाचक, हर दर्शन दीजै, कृपा करके अपना दर्शन बख्श, रहमत करके अपना दीदार बख्श, ये कृपा कर। गुरमुख नाम ध्याईए, गुरु की शरण पै के वाहिगुरू का नाम ध्याना चाहिए। गुरमुख हो के मतलब गुरु की शरण पै के मतलब की है कि गुरु के सन्मुख हो के। गुरु के सन्मुख होने का मतलब ये नहीं है कि तुसी गुरुद्वारे बह के ही रब का नाम जपना, क्योंकि हर वेले तो तुसी गुरुद्वारे रह नहीं ना सकते। सवेरे शाम असी आ जाते हैं, थोड़ी देर वास्ते गुरु के दर बैठ जाते हैं। सन्मुख होना ये नहीं है। सन्मुख होना मतलब तुसी किते भी होवो, गुरु नूं हमेशा अपने सन्मुख जानना। हमेशा तुसी बाणी पढ़ रहे होवो, कीर्तन कथा सुन रहे होवो, तुसी सेवा कर रहे होवो, अपने घर दे काम, अपनी रसोई दे रोटी टुक दे काम, अपने ऑफिस अपनी दुकान दे काम जो भी कर रहे होवो, उस नूं अपने सन्मुख जान के करना। ਜਦੋਂ ਗੁਰੂ ਨੂੰ ਅਸੀਂ ਸਨਮੁਖ ਜਾਣਦੇ ਹਾਂ ਤਾਂ ਅਸੀਂ ਗੁਰਮੁਖ ਹੁੰਦੇ ਹਾਂ, ਤਾਂ ਸਾਡੇ ਅੰਦਰ ਗੁਰਮੁਖਤਾ ਹੀ ਪ੍ਰਗਟ ਹੁੰਦੀ ਹੈ। ਸਤਿਗੁਰੂ ਕਹਿੰਦੇ ਗੁਰਮੁਖ ਨਾਮ ਧਿਆਈਏ, ਗੁਰੂ ਦੇ ਸਨਮੁਖ ਹੋ ਕੇ, ਗੁਰਮੁਖ ਹੋ ਕੇ ਵਾਹਿਗੁਰੂ ਦਾ ਨਾਮ ਧਿਆਉਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ? ਮਨ ਮੰਦਰ ਭਿੱਜੈ, ਮਨ ਰੂਪੀ ਮੰਦਰ ਉਹ ਭਿੱਜ ਜਾਂਦਾ ਹੈ। ਮਨ ਉਸ ਵਾਹਿਗੁਰੂ ਦੇ ਵਿੱਚ ਭਿੱਜ ਜਾਂਦਾ ਹੈ, ਉਹਦੇ ਵਿੱਚ ਲੱਗ ਜਾਂਦਾ ਹੈ। ਜਿਸ ਦਿਨ ਤੁਹਾਨੂੰ ਕੀਰਤਨ ਵਿੱਚੋਂ, ਕਥਾ ਵਿੱਚੋਂ, ਸੇਵਾ ਵਿੱਚੋਂ, ਸਿਮਰਨ ਵਿੱਚੋਂ ਆਨੰਦ ਆਉਂਦਾ ਹੈ, ਆਨੰਦ ਉਸ ਦਿਨ ਆਉਂਦਾ ਜਿਸ ਦਿਨ ਸਾਡਾ ਮਨ ਭਿੱਜਦਾ ਹੈ। ਸਾਡਾ ਮਨ ਭਿੱਜਦਾ ਹੈ ਜਦੋਂ ਉਹਦੇ ਨਾਮ ਵਿੱਚ। ਸਤਿਗੁਰੂ ਕਹਿੰਦੇ ਅੰਤਰ ਭਿੱਜੈ ਮਨ ਮੰਦਰ, ਮਨ ਭਿੱਜੇ, ਮਨ ਜੁੜੇ। ਜਿਸ ਦਿਨ ਮਨ ਨੂੰ ਸਕੂਨ, ਮਨ ਨੂੰ ਆਨੰਦ ਮਿਲੇ, ਇਹ ਉਦੋਂ ਹੀ ਹੁੰਦਾ ਜਦੋਂ ਗੁਰੂ ਦੇ ਸਨਮੁਖ ਅਸੀਂ ਹੁੰਦੇ ਹਾਂ, ਜਦੋਂ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ। ਇਸ ਲਈ ਗੁਰੂ ਦੇ ਸਨਮੁਖ ਹੋਈਏ, ਚਾਹੇ ਕਿਤੇ ਵੀ ਹੋਈਏ, ਉਸ ਨੂੰ ਆਪਣੇ ਨੇੜੇ ਜਾਣੀਏ। ਸਾਡਾ ਮੁਖ ਹਮੇਸ਼ਾ ਉਸ ਵੱਲ ਹੋਵੇ। ਕਿਤੇ ਵੀ ਬੈਠੇ ਹੋਈਏ, ਕੁਛ ਵੀ ਕਰ ਰਹੇ ਹੋਈਏ, ਕੁਛ ਵੀ ਖਾ ਪੀ ਰਹੇ ਹੋਈਏ, ਸਾਡਾ ਧਿਆਨ, ਸਾਡੀ ਸੁਰਤੀ, ਸਾਡੀ ਬਿਰਤੀ ਗੁਰੂ ਦੇ ਚਰਨਾਂ ਵਿੱਚ ਹੀ ਜੁੜੀ ਰਹੇ। ਸਤਿਗੁਰੂ ਕਹਿੰਦੇ ਮਨਸਾ ਮਨੈ ਸਮਾਏ ਲੈ। ਮਨ ਦੇ ਵਿੱਚ ਬਹੁਤ ਸਾਰੀਆਂ ਮਨਸ਼ਾ ਨੇ। ਮਨ 'ਚ ਕੋਈ ਇੱਕ ਮਨਸ਼ਾ ਨਹੀਂ ਹੈ। ਜੇ ਮਨ ਵਿੱਚ ਕੋਈ ਇੱਕ ਮਨਸ਼ਾ ਹੁੰਦੀ ਨਾ, ਤਾਂ ਹੁਣ ਨੂੰ ਅਸੀਂ ਕਦੋਂ ਦੇ ਤ੍ਰਿਪਤ ਹੋ ਕੇ ਬੈਠੇ ਹੁੰਦੇ ਆਪਣੇ ਘਰ। ਮਨ ਦੀਆਂ ਬੇਅੰਤ ਮਨਸ਼ਾਵਾਂ ਨੇ, ਬੇਅੰਤ। ਇੱਕ ਚੀਜ਼ ਮਿਲਦੀ ਹੈ, ਉਹਦੇ ਮਿਲਦਿਆਂ ਹੀ ਉਹ ਹਾਲੇ ਪੂਰੀ ਤਰ੍ਹਾਂ ਮਿਲੀ ਵੀ ਨਹੀਂ ਹੁੰਦੀ ਕਿ ਮਨ ਦੇ ਵਿੱਚ ਹੋਰ ਚੀਜ਼ਾਂ ਦੀ ਮਨਸ਼ਾ ਪੈਦਾ ਹੋ ਜਾਂਦੀ ਹੈ। ਇੱਕ ਚੀਜ਼ ਦੇ ਆਇਆ, ਦੂਸਰੀ ਖਲੋ ਜਾਂਦੀ। ਇਹ ਸਿਲਸਿਲਾ ਚੱਲਦਾ ਹੀ ਰਹਿੰਦਾ, ਲਗਾਤਾਰ ਚੱਲਦਾ ਰਹਿੰਦਾ। ਜਦੋਂ ਤੱਕ ਅਸੀਂ ਮਰ ਨਹੀਂ ਨਾ ਜਾਂਦੇ, ਮਨ ਦੀਆਂ ਮਨਸ਼ਾ ਨਹੀਂ ਖਤਮ ਹੁੰਦੀਆਂ। ਗੁਰੂ ਨਾਨਕ ਸਾਹਿਬ ਕਹਿੰਦੇ ਕੀ ਕਰੋ? ਮਨਸਾ ਮਨੇ ਸਮਾਏ ਲੈ।
ਆਪਣੇ ਮਨ ਦੀਆਂ ਮਨਸ਼ਾਵਾਂ ਨੂੰ ਮਨ ਵਿੱਚ ਹੀ ਸਮਾ ਦੇ, ਮਨ ਵਿੱਚ ਹੀ ਲੀਨ ਕਰ ਦੇ, ਕਿਉਂਕਿ ਜਿੱਥੋਂ ਉੱਠੀਆਂ ਇਹ ਉੱਥੇ ਹੀ ਮਿਟ ਜਾਣ, ਇਹ ਉੱਥੇ ਹੀ ਸਮਾ ਜਾਣ। ਇਸ ਲਈ ਮਨ ਦੀਆਂ ਮਨਸ਼ਾ, ਇਹਨੂੰ ਸਤਿਗੁਰੂ ਕਹਿੰਦੇ ਮੇਟ ਲੈ ਆਪਣੇ ਮਨ ਵਿੱਚ। ਮਨ ਦੀਆਂ ਮਨਸ਼ਾ ਨੂੰ ਆਪਣੇ ਅੰਦਰ ਹੀ ਖਤਮ ਕਰ ਲੈ, ਇਹ ਅੰਦਰ ਹੀ ਮਿਟ ਜਾਣ। ਮਨਸ਼ਾ ਮਨੈ ਸਮਾਏ ਲੈ, ਜਦੋਂ ਇਹ ਮਨ ਵਿੱਚ ਹੀ ਸਮਾ ਜਾਂਦੀਆਂ, ਮਿਟ ਜਾਂਦੀਆਂ, ਤਦੋਂ ਭਉ ਜਲ ਸੱਚ ਤਰਨਾ, ਭਵ ਸਾਗਰ ਨੂੰ ਸੱਚ ਵਿੱਚ ਜੁੜ ਕੇ ਤਰ ਜਾਈਦਾ। ਭਵ ਸਾਗਰ ਕਾਮ ਕ੍ਰੋਧ ਦਾ ਇਹ ਸਾਗਰ, ਮਾਇਆ ਦਾ ਇਹ ਸਾਗਰ, ਭਉ ਸਾਗਰ ਗੁਰੂ ਚਰਨਾਂ ਨਾਲ ਜੁੜਨ ਨਾਲ, ਸੱਚ ਨਾਲ ਜੁੜਨ ਨਾਲ ਤਰੀਦਾ ਹੈ। ਜਦੋਂ ਤੱਕ ਅਸੀਂ ਸੱਚ ਨਾਲ ਨਹੀਂ ਜੁੜਦੇ ਤਦੋਂ ਤੱਕ ਅਸੀਂ ਪਾਰ ਨਹੀਂ ਲੰਘਦੇ। ਹੁਣ ਇਹ ਦੋ ਗੱਲਾਂ ਸਤਿਗੁਰੂ ਨੇ ਸਾਨੂੰ ਇਸ ਪੰਕਤੀ ਵਿੱਚ, ਪਹਿਲੀ ਪੰਕਤੀ ਵਿੱਚ ਸਮਝਾਈਆਂ ਕਿ ਆਪਣੀ ਮਨ ਦੀ ਮਨਸ਼ਾ ਨੂੰ ਮੇਟ ਲੈ, ਤੇ ਦੂਸਰਾ ਸੱਚ ਨਾਲ ਜੁੜ। ਜਦੋਂ ਅਸੀਂ ਹੁਣ ਇੱਥੇ ਬੈਠੇ ਹਾਂ, ਖਿਆਲ ਰੱਖਣਾ, ਇਹ ਵੀ ਸਮਝ ਲੈਣਾ, ਕਈ ਵਾਰੀ ਐਸਾ ਲੱਗਦਾ ਹੈ ਕਿ ਮਨ ਦੀਆਂ ਮਨਸ਼ਾ ਮਿਟਾ ਕੇ ਗੁਰੂ ਦੇ ਦਰ ਆਵੋ। ਇੰਜ ਜਾਣ ਲਓ, ਕਿਉਂਕਿ ਸਾਡੇ ਅੰਦਰ ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਸਭ ਕੁਝ ਮੇਟ ਕੇ ਗੁਰੂ ਦੇ ਦਰ ਆ ਸਕੀਏ। ਕੋਈ ਕੋਈ ਬੰਦਾ ਐਸਾ ਹੁੰਦਾ ਜਿਹੜਾ ਸਭ ਕੁਝ ਮੇਟ ਲੈਂਦਾ ਤੇ ਗੁਰੂ ਚਰਨਾਂ ਨਾਲ ਜੁੜਦਾ, ਪਰ ਸਭ ਦੇ ਅੰਦਰ ਐਸੀ ਹਿੰਮਤ ਨਹੀਂ ਹੁੰਦੀ। ਫਿਰ ਕੀ ਕਰਨਾ? ਗੁਰੂ ਦੇ ਦਰ ਆ ਕੇ ਆਪਣੇ ਮਨ ਦੀ ਮਨਸ਼ਾ ਨੂੰ ਮੇਟ ਲਓ, ਗੁਰੂ ਚਰਨਾਂ ਨਾਲ ਜੁੜ ਕੇ, ਸੱਚ ਵਿੱਚ ਜੁੜ ਕੇ ਝੂਠ ਨੂੰ ਤਿਆਗਿਆ ਜਾ ਸਕਦਾ ਹੈ। ਸੱਚ ਵਿੱਚ ਜੁੜ ਕੇ ਤਿਆਗਣਾ ਸੌਖਾ ਹੈ, ਝੂਠ ਵਿੱਚ ਰਹਿ ਕੇ ਝੂਠ ਨੂੰ ਤਿਆਗਣਾ ਬੜਾ ਔਖਾ ਹੈ। ਮਾਇਆ ਵਿੱਚ ਰਹਿ ਕੇ ਮਾਇਆ ਨੂੰ ਤਿਆਗਣਾ ਔਖਾ ਹੈ। ਗੁਰੂ ਦੇ ਦਰ ਕੀ ਹੈ? ਗੁਰੂ ਦੇ ਦਰ, ਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਇਸ ਲਈ ਗੁਰੂ ਦੇ ਦਰ ਜੁੜ ਕੇ ਉਸ ਸੱਚ ਨਾਲ ਜੁੜਨਾ ਬੜਾ ਆਸਾਨ ਹੁੰਦਾ ਹੈ। ਸੱਚ ਨਾਲ ਸਾਂਝ ਪਾਉਣੀ ਬੜੀ ਸੌਖੀ ਹੁੰਦੀ ਗੁਰੂ ਦੇ ਦਰ। ਤਾਂ ਕਰਕੇ ਸਤਿਗੁਰੂ ਕਹਿੰਦੇ ਗੁਰੂ ਦੇ ਦਰ ਆਓ, ਗੁਰੂ ਦੇ ਦਰ ਆ ਕੇ ਗੁਰੂ ਦੀ ਬਾਣੀ, ਗੁਰੂ ਦੇ ਸ਼ਬਦ, ਸੱਚ ਨਾਲ ਜੁੜੋ, ਸੱਚ ਨਾਲ ਸਾਂਝ ਪਾ ਕੇ ਉਸ ਸੱਚੇ ਵਾਹਿਗੁਰੂ ਨਾਲ, ਕਿਉਂਕਿ ਇੱਥੇ ਗੁਰੂ ਦੇ ਸ਼ਬਦ ਤੋਂ ਵਿੱਚ ਸੱਚੇ ਵਾਹਿਗੁਰੂ ਤੋਂ ਬਿਨਾਂ ਕੋਈ ਦੂਸਰੀ ਗੱਲ ਨਹੀਂ ਹੁੰਦੀ। ਕੀਰਤਨ ਵਿੱਚ ਸ਼ਬਦ ਤੋਂ ਬਿਨਾਂ ਕੋਈ ਦੂਸਰੀ ਗੱਲ ਨਹੀਂ ਹੈ, ਕਥਾ ਵਿੱਚ ਗੁਰੂ ਦੇ ਸ਼ਬਦ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਕੋਈ ਦੂਸਰੀ ਗੱਲ ਨਹੀਂ, ਸਿਰਫ ਉਸ ਦੀ, ਸਿਰਫ ਪਰਮੇਸ਼ਰ ਦਾ ਜ਼ਿਕਰ। ਇਸ ਲਈ ਗੁਰੂ ਦੇ ਦਰ ਆ ਕੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਦੀ ਇਜਾਜ਼ਤ ਨਹੀਂ ਹੁੰਦੀ, ਕਿ ਗੁਰੂ ਦੇ ਦਰ ਆ ਕੇ ਕੋਈ ਗੱਲਬਾਤ ਨਹੀਂ ਕਰਨੀ। ਇੱਥੇ ਆ ਕੇ ਸਿਰਫ ਸੁਣਨਾ, ਗੁਰੂ ਨੂੰ ਸਿਰਫ ਸੁਣਨਾ, ਬਸ। ਗੱਲਾਂ ਤਾਂ ਅਸੀਂ ਬਹੁਤ ਕਰਦੇ ਰਹਿੰਦੇ ਹਾਂ, ਅਸੀਂ ਇੱਥੋਂ ਨਿਕਲਾਂਗੇ ਸਾਡੀਆਂ ਗੱਲਾਂ ਸ਼ੁਰੂ ਹੋ ਜਾਣਗੀਆਂ। ਗੁਰੂ ਦੇ ਦਰ ਸਿਰਫ ਉਹਦੀ ਗੱਲ ਸੁਣਨਾ। ਇੱਥੇ ਅਸੀਂ ਸੁਣਨ ਆਏ ਹਾਂ ਗੁਰੂ ਨੂੰ, ਉਹਦੇ ਹੋਣ ਆਏ ਹਾਂ। ਇਸ ਲਈ ਜਦੋਂ ਗੁਰੂ ਦੇ ਦਰ ਆਏ ਹਾਂ ਤਾਂ ਉਹਦੇ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ। ਇਸ ਲਈ ਇੱਥੇ ਸੱਚ ਦੀ ਹੀ ਗੱਲ ਹੋ ਰਹੀ ਹੈ, ਵਾਹਿਗੁਰੂ ਦੀ ਗੱਲ ਹੋ ਰਹੀ ਹੈ, ਵਾਹਿਗੁਰੂ ਤੋਂ ਬਿਨਾਂ ਕੁਝ ਨਹੀਂ ਹੈ। ਇਸ ਕਰਕੇ ਵਾਹਿਗੁਰੂ ਨਾਲ ਸਾਂਝ ਪਾਉਣਾ। ਸਤਿਗੁਰੂ ਕਹਿੰਦੇ ਜਦੋਂ ਬੰਦਾ ਸੱਚ ਨਾਲ ਜੁੜਦਾ ਹੈ ਤਾਂ ਇਹਦੇ ਮਨ ਦੀ ਮਨਸ਼ਾ ਮਿਟਦੀ ਹੈ ਤੇ ਇਹ ਭਵ ਸਾਗਰ ਨੂੰ ਤਰਦਾ ਹੈ। ਅਸੀਂ ਵਾਸ਼ਨਾਵਾਂ ਦੇ ਸਮੁੰਦਰ ਨੂੰ ਪਾਰ ਲੰਘ ਜਾਂਦੇ ਹਾਂ। ਮਨਸ਼ਾ ਦਾ ਸਮੁੰਦਰ ਕੋਈ ਛੋਟਾ ਥੋੜੀ ਹੈ। ਕੋਈ ਮਨਸ਼ਾ ਜਿੰਨੀਆਂ ਸਾਡੀਆਂ ਮਨਸ਼ਾ ਕੋ ਥੋੜੀਆਂ ਨੇ। ਤੁਸੀਂ ਕੋਈ ਇੱਕ ਚੀਜ਼ ਦੀ ਕਲਪਨਾ ਕਰੋ, ਇੱਥੇ ਬੈਠੇ ਹੋ ਹੁਣ, ਕਿ ਤੁਹਾਨੂੰ ਫਲਾਣੀ ਚੀਜ਼ ਚਾਹੀਦੀ ਆ। ਕਲਪਨਾ ਕਰ ਲਓ ਕਿ ਮੈਨੂੰ ਬਹੁਤ ਆਲੀਸ਼ਾਨ ਘਰ ਚਾਹੀਦਾ ਹੈ।
ਹੁਣ ਉਹ ਕੱਲਾ ਆਲੀਸ਼ਾਨ ਘਰ ਉਹਦੇ ਨਾਲ ਤਾਂ ਸਰਨਾ ਨਹੀਂ। ਜੇ ਸਾਨੂੰ ਲੱਗਦਾ ਕਿ ਹਾਂ ਕੱਲਾ ਘਰ ਮਿਲ ਗਿਆ ਤਾਂ ਸਰ ਜਾਏਗਾ, ਨਹੀਂ। ਘਰ ਦੇ ਨਾਲ ਜਿਵੇਂ ਹੀ ਘਰ ਮਿਲੇਗਾ ਉਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪਵੇਗੀ, ਕਿਉਂਕਿ ਜਿੱਡਾ ਵੱਡਾ ਘਰ ਹੈ ਫਿਰ ਉਹਦੇ ਵਿੱਚ ਚੀਜ਼ਾਂ ਵੀ ਓਡੀਆਂ ਵੱਡੀਆਂ ਤੇ ਮਹਿੰਗੀਆਂ ਚਾਹੀਦੀਆਂ। ਵੱਡੀ ਸਾਰੀ LCD ਜਾਂ ਹੋਮ ਥੀਏਟਰ ਉਹ ਬਣਾਉਣਾ ਪਏਗਾ ਤੁਹਾਨੂੰ। ਫਿਰ ਵੱਡੇ ਵੱਡੇ ਮਹਿੰਗੇ ਕੀਮਤੀ ਬੈੱਡ ਮਾਮੂਲੀ ਲਾ ਨਹੀਂ ਸਕਦੇ, ਕਿਉਂਕਿ ਏਡਾ ਘਰ ਹੈ ਤਾਂ ਫਿਰ ਉਹਦੇ ਵਿੱਚ ਮਾਮੂਲੀ ਜਿਹਾ ਬੈੱਡ ਸ਼ੋਭਾ ਨਹੀਂ ਨਾ ਦੇਗਾ। ਫਿਰ ਐਡੇ ਵੱਡੇ ਘਰ ਦੇ ਸਾਹਮਣੇ ਮਰੂਤੀ ਕਾਰ ਖੜੀ ਚੰਗੀ ਤਾਂ ਲੱਗਣੀ ਨਹੀਂ, ਫਿਰ BMW ਚਾਹੀਦੀ ਘੱਟ ਤੋਂ ਘੱਟ, ਕੋਈ ਲਗਜ਼ਰੀ ਕਾਰ ਚਾਹੀਦੀ ਹੈ ਕੋਈ। ਇਸ ਲਈ ਸਿਰਫ ਘਰ ਮਿਲ ਗਿਆ ਤਾਂ ਗੱਲ ਖਤਮ ਹੋ ਗਈ, ਇੰਨੀ ਕੁ ਗੱਲ ਨਹੀਂ ਹੈ। ਉਹਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਆਉਣਗੀਆਂ। ਹਰ ਕਮਰਾ 에ਅਰ ਕੰਡੀਸ਼ਨ ਹੋਣਾ ਚਾਹੀਦਾ ਹੈ। ਹਰ ਕਮਰੇ ਵਿੱਚ ਹਰ ਖਿੜਕੀ ਤੇ ਹਰ ਦਰਵਾਜ਼ੇ ਤੇ ਮਹਿੰਗਾ ਪਰਦਾ ਲੱਗਣਾ ਚਾਹੀਦਾ ਹੈ। ਇਸ ਲਈ ਸਿਰਫ ਇੱਕ ਮਨਸਾ ਪੂਰੀ ਹੋਣ ਨਾਲ ਗੱਲ ਨਹੀਂ ਬਣਦੀ, ਬੇਅੰਤ ਮਨਸ਼ਾ ਹੋਰ ਖੜੀਆਂ ਹੋ ਜਾਂਦੀਆਂ। ਬੇਅੰਤ। ਤਾਂ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਆਪਣੇ ਮਨ ਦੀ ਮਨਸਾ ਨੂੰ ਮੇਟ, ਗੁਰੂ ਚਰਨਾਂ ਨਾਲ ਜੁੜ, ਸੱਚ ਨਾਲ ਜੁੜ, ਸੱਚ ਨਾਲ ਜੁੜ ਕੇ ਭਵ ਸਾਗਰ ਨੂੰ ਤਰੇਗਾ। ਮਨਸ਼ਾ ਨੂੰ ਮਿਟਾਏਗਾ ਤਾਂ ਪਾਰ ਲੰਘੇਗਾ, ਨਹੀਂ ਤਾਂ ਇਹਦੇ ਵਿੱਚ ਹੀ ਡੁੱਬ ਜਾਏਗਾ। ਲੋਕ ਆਪਣੇ ਮਨ ਦੀਆਂ ਮਨਸ਼ਾਵਾਂ ਵਿੱਚ ਹੀ ਖਤਮ ਹੋ ਜਾਂਦੇ ਨੇ। ਜ਼ਿੰਦਗੀ ਮਨ ਦੀ ਮਨਸਾ ਪੂਰੀ ਕਰਨ ਵਿੱਚ ਹੀ ਲੰਘ ਜਾਂਦੀ। ਤੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ, ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ, ਸਤਿਗੁਰੂ ਕਹਿੰਦੇ ਬੰਦਾ ਮਰ ਗਿਆ, ਮਨ ਕੀ ਮਨ ਹੀ ਮਾਹੇ ਰਹੀ। ਮਨ ਦੀਆਂ ਮਨ 'ਚ ਹੀ ਰਹਿ ਗਈਆਂ ਕਿ ਜੋ ਮਨ ਦੀਆਂ ਇੱਛਾ ਸੀ ਕਿ ਮੈਂ ਆਹ ਕਰਨਾ, ਮੈਂ ਉਹ ਕਰਨਾ, ਉਹ ਸਭ ਰਹਿ ਗਿਆ ਵਿੱਚ। ਇਸ ਲਈ ਮਨਸ਼ਾ ਕਦੇ ਪੂਰੀਆਂ ਨਹੀਂ ਹੁੰਦੀਆਂ ਸਾਡੀਆਂ, ਉਹ ਮਨ ਵਿੱਚ ਹੀ ਰਹਿ ਜਾਂਦੀਆਂ। ਸਤਿਗੁਰੂ ਸਮਝਾਉਂਦੇ, ਮਨਸਾ ਮਨੈ ਸਮਾਇਲੇ ਸਚ ਭਉ ਜਲ ਤਰਨਾ, ਆਦ ਜੁਗਾਦ ਦਿਆਲ ਤੂੰ ਠਾਕੁਰ ਤੇਰੀ ਸਰਣਾ। हे ਸੱਚੇ ਪਾਤਸ਼ਾਹ, ਤੂੰ ਆਦ ਤੋਂ ਜੁਗਾਦ ਤੋਂ ਹਮੇਸ਼ਾ ਤੋਂ ਤੂੰ ਹੈ, ਹਮੇਸ਼ਾ ਸਭ ਤੇ ਦਇਆ ਕਰਨਾ ਹੈ। ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਤੇਰੀ ਸਰਣਾ। ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮੈਂ ਆ ਗਿਆ ਤੇਰੇ ਚਰਨਾਂ ਤੇ। ਕਿਰਪਾ ਕਰ, ਤੂੰ ਦਾਤੋ ਹਮ ਜਾਚਕਾ। ਤੂੰ ਦਾਤਾ ਹੈ, ਅਸੀਂ ਹਾਂ ਮੰਗਤੇ। ਅਸੀਂ ਮੰਗਤੇ ਹਾਂ। ਆਪਣੇ ਆਪ ਨੂੰ ਕਦੇ ਵੀ ਨਾ ਸਮਝਣਾ ਕਿ ਤੁਸੀਂ ਕਿਸੇ ਨੂੰ ਕੁਝ ਦੇ ਕੇ ਦਾਤੇ ਬਣ ਗਏ, ਕਦੇ ਵੀ ਨਹੀਂ। ਚਾਹੇ ਤੁਸੀਂ ਬਹੁਤ ਦਾਨ ਕਰਦੇ ਹੋਵੋ, ਬਹੁਤ ਲੋੜਵੰਦਾਂ ਦੀ ਮਦਦ ਕਰਦੇ ਹੋਵੋ, ਬੜੇ ਭੁੱਖਿਆਂ ਨੂੰ ਖਾਣਾ ਖਵਾਇਆ ਹੋਵੇ, ਪਰ ਕਦੇ ਵੀ ਇਹ ਨਾ ਜਾਣਨਾ ਕਿ ਮੈਂ ਕੁਝ ਦੇਣ ਵਾਲਾ। ਜਾਚਕ ਹੀ ਜਾਣਨਾ ਖੁਦ ਨੂੰ, ਜਾਚਕ ਹੀ। ਹਮ ਦਾਤੋ ਹਮ, ਤੂੰ ਦਾਤੋ ਹਮ ਜਾਚਕਾ। ਵਾਹਿਗੁਰੂ, ਤੂੰ ਦਾਤਾ ਅਸੀਂ ਜਾਚਕ, ਤੂੰ ਦਾਤੋ ਹਮ ਜਾਚਕਾ। ਹਰ ਦਰਸ਼ਨ ਦੀਜੈ, ਕਿਰਪਾ ਕਰ ਆਪਣਾ ਦਰਸ਼ਨ ਦੇ, ਆਪਣਾ ਦੀਦਾਰ ਬਖਸ਼। ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ। ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦਾ ਨਾਮ ਧਿਆਉਣਾ ਚਾਹੀਦਾ। ਇਹ ਮਨ ਰੂਪੀ ਮੰਦਰ ਫਿਰ ਭਿੱਜਦਾ, ਇਹ ਮਨ ਫਿਰ ਭਿੱਜਦਾ ਜਦੋਂ ਅਸੀਂ ਗੁਰੂ ਦੇ ਸਨਮੁਖ ਹੁੰਦੇ ਹਾਂ। ਰਹਾਉ, ਕੂੜਾ ਲਾਲਚ ਛੋਡੀਐ ਤੋ ਸਾਚ ਪਛਾਣੈ। ਸਤਿਗੁਰੂ ਕਹਿੰਦੇ ਝੂਠਾ ਲਾਲਚ ਛੱਡੋ ਭਾਈ। ਜਿਹੜਾ ਮਾਇਆ ਦਾ ਲੋਭ ਹੈ ਨਾ, ਮਾਇਆ ਦਾ ਲਾਲਚ ਹੈ, ਉਹਨੂੰ ਛੱਡੋ। ਝੂਠਾ ਲਾਲਚ ਛੋਡੀਐ ਤੋ ਸਾਚ ਪਛਾਣੈ। ਜਦੋਂ ਬੰਦਾ ਝੂਠਾ ਲਾਲਚ ਛੱਡਦਾ ਤਾਂ ਸੱਚ ਨੂੰ ਪਛਾਣਦਾ। ਜਦ ਤੱਕ ਮਨ ਵਿੱਚ ਲੋਭ ਹੈ ਤਦ ਤੱਕ ਸੱਚ ਸਾਡੀ ਪਛਾਣ ਵਿੱਚ ਨਹੀਂ ਆਉਂਦਾ, ਸੱਚ ਸਾਡੇ ਧਿਆਨ ਵਿੱਚ ਹੀ ਨਹੀਂ ਆਉਂਦਾ, ਕਿਉਂਕਿ ਧਿਆਨ ਵਿੱਚ ਤਾਂ ਕੂੜ ਹੈ। ਧਿਆਨ ਵਿੱਚ ਕੂੜ ਹੈ ਤੇ ਕੂੜ ਹੀ ਦਿਸੇਗਾ। ਜਿਸ ਚੀਜ਼ ਦਾ ਸਾਨੂੰ ਧਿਆਨ ਹੈ ਸਾਨੂੰ ਉਹੀ ਨਜ਼ਰ ਆਵੇਗੀ। ਜਿੱਥੇ ਸਾਡਾ ਚਿੱਤ ਲੱਗਾ ਹੈ ਉਸ ਤੋਂ ਬਿਨਾਂ ਸਾਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ। ਸਾਨੂੰ ਉਹੀ ਨਜ਼ਰ ਆਉਂਦਾ ਜਿੱਥੇ ਸਾਡਾ ਧਿਆਨ ਹੈ। ਇਸ ਲਈ ਸਤਿਗੁਰੂ ਕਹਿੰਦੇ ਲਾਲਚ ਨੂੰ ਛੱਡੋ ਭਾਈ, ਇਹ ਲਾਲਚ ਮਰਵਾਏਗਾ। ਲਾਲਚ ਹੀ ਹਮੇਸ਼ਾ ਬੰਦੇ ਨੂੰ ਫਸਾਉਂਦਾ ਹੈ ਤੇ ਦੁਖੀ ਕਰਦਾ ਹੈ।
ਲਾਲਚ ਝੂਠਾ ਲਾਲਚ ਕੂੜਾ ਲਾਲਚ ਛੋਡੀਐ ਤੋ ਸੱਚ ਪਛਾਣੈ। ਜਦੋਂ ਝੂਠ ਦੇ ਲਾਲਚ ਨੂੰ ਬੰਦਾ ਛੱਡਦਾ ਤਦੋਂ ਸੱਚ ਨੂੰ ਪਛਾਣਦਾ। ਗੁਰਮੁਖ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ। ਗੁਰੂ ਦੇ ਸ਼ਬਦ ਵਿੱਚ ਸਮਾ ਕੇ ਜੁੜ ਕੇ ਪਰਮਾਰਥ ਨੂੰ ਜਾਣੀਦਾ। ਪਰਮਾਰਥ ਸਭ ਤੋਂ ਉੱਚਾ ਸਭ ਤੋਂ ਵੱਡਾ ਅਰਥ ਪਰਮਾਰਥ ਸਭ ਤੋਂ ਉੱਚਾ, ਜਿਹਦੇ ਬਰਾਬਰ ਹੋਰ ਕੋਈ ਵੀ ਨਹੀਂ। ਨਿਸ਼ਚਾ ਉੱਚਾ ਮਨਸਾ, ਉੱਚਾ ਕਿ ਬਹੁਤ ਉੱਚਾ। ਸਾਡੇ ਉਸਤਾਦ ਜੀ ਗਿਆਨੀ ਜੀ ਕਹਿੰਦੇ ਹੁੰਦੇ ਸਨ ਕਿ ਹਮੇਸ਼ਾ ਆਪਣਾ ਇਰਾਦਾ ਉੱਚਾ ਰੱਖਣਾ, ਹਮੇਸ਼ਾ, ਕਿਉਂਕਿ ਤੁਹਾਡਾ ਨਿਸ਼ਾਨਾ ਜਿੰਨਾ ਉੱਚਾ ਹੋਵੇਗਾ ਤੁਸੀਂ ਓਨਾ ਹੀ ਵੱਧ ਤਰੱਕੀ ਕਰੋਗੇ ਜੀਵਨ ਵਿੱਚ। ਜੇ ਤੁਹਾਡਾ ਨਿਸ਼ਾਨਾ ਬਹੁਤ ਸੀਮਤ ਹੈ, ਬਹੁਤ ਛੋਟਾ ਹੈ, ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਤੁਸੀਂ ਓਨੇ ਨੀਵੇਂ ਹੀ ਰਹਿ ਜਾਵੋਗੇ, ਉੱਚੇ ਉੱਠ ਹੀ ਨਹੀਂ ਸਕੋਗੇ। ਉਹ ਸਪਸ਼ਟ ਕਹਿੰਦੇ ਸਨ, ਉਹ ਕਹਿੰਦੇ ਤੁਸੀਂ ਇਹ ਸੋਚ ਕੇ ਚੱਲੋ ਕਿ ਮੈਂ ਅਕਾਲ ਤਖਤ ਦਾ ਜਥੇਦਾਰ ਲੱਗਣਾ, ਇਹ ਸੋਚ ਕੇ ਉੱਥੋਂ ਤੱਕ ਨਾ ਪਹੁੰਚ ਸਕੋ ਪਰ ਨੇੜੇ ਤੱਕ ਤਾਂ ਜਾਓਗੇ, ਉਹਦੇ ਲਾਗੇ ਛਾਗੇ ਤਾਂ ਪਹੁੰਚੋਗੇ ਹੀ। ਹੁਣ ਜੇ ਤੁਸੀਂ ਇਹੀ ਸੋਚ ਕੇ ਚੱਲੋ ਕਿ ਮੈਂ ਪਿੰਡ ਦੇ ਗੁਰਦੁਆਰੇ 'ਚ ਗ੍ਰੰਥੀ ਲੱਗ ਜਾਵਾਂ ਤਾਂ ਫਿਰ ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੋ ਸਕਦਾ, ਫਿਰ ਉੱਥੇ ਹੀ ਰਹਿ ਜਾਓਗੇ। ਤੇ ਐਸਾ ਹੀ ਹੋਇਆ, ਐਸਾ ਹੀ ਹੁੰਦਾ ਹੈ ਹਮੇਸ਼ਾ। ਇਸ ਲਈ ਆਪਣਾ ਨਿਸ਼ਾਨਾ ਉੱਚਾ। ਜਿਨ੍ਹਾਂ ਦਾ ਨਿਸ਼ਾਨਾ ਮਾਇਆ ਹੈ ਉਹ ਪ੍ਰਮਾਤਮਾ ਤੱਕ ਕਿਵੇਂ ਅੱਪੜ ਜਾਣਗੇ? ਉਹ ਨੇੜੇ ਤੇੜੇ ਵੀ ਨਹੀਂ ਫਟਕਣਗੇ ਉਹਦੇ, ਉਹ ਨੇੜੇ ਤੇੜੇ ਵੀ ਨਹੀਂ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾਈ ਉਹਨਾਂ ਨੇ ਪਰਮਾਰਥ ਨੂੰ ਜਾਣ ਲਿਆ। ਗੁਰੂ ਦਾ ਸ਼ਬਦ ਸਾਨੂੰ ਸੱਚ ਨੂੰ ਜਾਣਨਾ ਸਿਖਾਉਂਦਾ ਹੈ ਕਿ ਸੱਚ ਨੂੰ ਆਪਣਾ ਨਿਸ਼ਾਨਾ ਜਾਣ ਕੇ ਉਹਦੇ ਤੱਕ ਅੱਪੜਨਾ। ਤੇਰਾ ਮਨੋਰਥ ਇਹ ਹੋਵੇ। ਸਾਡਾ ਮਨੋਰਥ ਪਰਮਾਤਮਾ ਦੇ ਕੋਲੋਂ ਜਾ ਕੇ ਪਰਮਾਤਮਾ ਨੂੰ ਮੰਗਣਾ ਨਹੀਂ, ਉਹਦੀਆਂ ਚੀਜ਼ਾਂ ਨੂੰ ਮੰਗਣਾ ਹੁੰਦਾ ਕਿ ਅਸੀਂ ਉਹਦੇ ਦਰ ਆਏ ਹਾਂ, ਉਹ ਫਲਾਣੀ ਚੀਜ਼ ਦੇ ਦੇ, ਉਹ ਫਲਾਣੀ ਦੇ ਦੇ, ਉਹ ਧੀ ਪੁੱਤ ਦੇ ਦੇ, ਉਹ ਆਹ ਦੇ ਦੇ, ਉਹ ਦੇ ਦੇ। ਸਾਡੇ ਕੋਲ ਉਹਦੇ ਕੋਲ ਜਾ ਕੇ ਵੀ ਅਸੀਂ ਉਹਨੂੰ ਮੰਗਣ ਦੀ ਬਜਾਏ ਉਹਦੀਆਂ ਚੀਜ਼ਾਂ ਮੰਗੀ ਜਾਂਦੇ ਹਾਂ। ਇਸ ਲਈ ਅਸੀਂ ਕਦੇ ਵੀ ਸੁਖੀ ਨਹੀਂ ਹੋ ਪਾਉਂਦੇ, ਕਿਉਂਕਿ ਜਿਹਦੇ ਕੋਲੋਂ ਜਾ ਕੇ ਜੋ ਮੰਗਣਾ ਚਾਹੀਦਾ ਉਹ ਮੰਗਦੇ ਹੀ ਨਹੀਂ, ਮੰਗ ਕੇ ਕੁਝ ਹੋਰ ਮੁੜ ਆਉਂਦੇ ਆ। ਇਸ ਲਈ ਸਾਡੇ ਜੀਵਨ ਵਿੱਚ ਦੁੱਖ ਕਦੇ ਵੀ ਨਹੀਂ ਜਾਂਦਾ, ਸੁੱਖ ਦੀ ਸਾਨੂੰ ਪ੍ਰਾਪਤੀ ਹੁੰਦੀ ਨਹੀਂ। ਸਤਿਗੁਰੂ ਸਮਝਾਉਂਦੇ ਗੁਰਮੁਖ ਗੁਰ ਕੈ ਸ਼ਬਦ ਧਿਆਈ ਸਮਾਈ ਹੈ। ਗੁਰੂ ਦੇ ਸ਼ਬਦ ਰਾਹੀਂ ਸੱਚ ਵਿੱਚ ਸਮਾਵੋ, ਪਰਮਾਰਥ ਜਾਣੈ, ਪਰਮਾਰਥ ਨੂੰ ਜਾਣੋ। ਇਹ ਮਨ ਰਾਜਾ ਲੋਭੀਆ। ਇਹ ਮਨ ਆਪਣੇ ਆਪ ਵਿੱਚ ਰਾਜਾ ਬਣਿਆ ਬੈਠਾ ਤੇ ਲੋਭੀ ਬੜਾ ਹੈ। ਲੋਭ ਬਹੁਤ ਹੈ ਇਸ ਮਨ ਨੂੰ, ਕਿਸੇ ਇੱਕ ਚੀਜ਼ ਦਾ ਲੋਭ ਨਹੀਂ, ਬੇਅੰਤ ਚੀਜ਼ਾਂ ਦਾ ਲੋਭ ਹੈ ਮਨ ਨੂੰ। ਇਹ ਮਨ ਰਾਜਾ ਲੋਭੀਆ, ਲੁਭ ਤੋਂ ਲੋਭਾਈ। ਲਾਲਚ ਵਿੱਚ ਹੀ ਲੁਭਿਆ ਹੋਇਆ, ਫਸਿਆ ਹੋਇਆ, ਲਾਲਚ ਵਿੱਚ ਹੀ। ਪੈਸੇ ਦਾ ਇਹਨੂੰ ਲੋਭ ਹੈ, ਇਹਨੂੰ ਵਾਸਨਾ ਦਾ ਲੋਭ ਹੈ, ਰੂਪ ਰੰਗ ਦਾ ਲੋਭ ਹੈ। ਸਤਿਗੁਰੂ ਕਹਿੰਦੇ ਇਹ ਮਨ ਰਾਜਾ ਲੋਭੀਆ, ਲੁਭ ਤੋਂ ਲੋਭਾਈ। ਗੁਰਮੁਖ ਲੋਭ ਨਿਵਾਰੀਐ, ਹਰਿ ਸਿਉ ਬਣਿਆਈ। ਜਦੋਂ ਗੁਰੂ ਦੇ ਸਨਮੁਖ ਬੰਦਾ ਹੁੰਦਾ ਤਾਂ ਲੋਭ ਮਿਟਦਾ ਹੈ। ਗੁਰਮੁਖ ਲੋਭ ਨਿਵਾਰੀਐ। ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰਮੁਖ ਹੋ ਕੇ ਲੋਭ ਦੀ ਸਾਡੇ ਅੰਦਰੋਂ ਨਿਵਾਰਨ ਹੁੰਦੀ ਹੈ। ਲੋਭ ਨਿਵਰਦਾ ਹੈ, ਲੋਭ ਮਿਟੇਗਾ। ਕਿਵੇਂ ਮਿਟਦਾ ਹੈ? ਗੁਰੂ ਦੇ ਚਰਨਾਂ ਨਾਲ ਜੁੜਨ ਨਾਲ। ਜਦੋਂ ਹੀਰਾ ਹੱਥ ਵਿੱਚ ਆ ਜਾਂਦਾ ਤਾਂ ਕੌਡੀਆਂ ਛੁੱਟ ਹੀ ਜਾਂਦੀਆਂ। ਜਦੋਂ ਸੱਚ ਪਕੜ ਵਿੱਚ ਆ ਜਾਂਦਾ ਤਾਂ ਝੂਠ ਛੁੱਟ ਹੀ ਜਾਂਦਾ, ਛੱਡਣਾ ਨਹੀਂ ਪੈਂਦਾ। ਝੂਠ ਦਾ ਲੋਭ, ਝੂਠ ਦਾ ਲਾਲਚ ਉਹ ਛੁੱਟ ਹੀ ਜਾਏਗਾ ਜਦੋਂ ਸੱਚ ਸਾਡੇ ਸਾਹਮਣੇ ਆ ਜਾਏਗਾ। ਸਤਿਗੁਰੂ ਕਹਿੰਦੇ ਗੁਰਮੁਖ ਲੋਭ ਨਿਵਾਰੀਐ, ਹਰਿ ਸਿਉ ਬਣਾਈ। ਜਿਵੇਂ ਹੀ ਗੁਰੂ ਚਰਨਾਂ ਨਾਲ ਜੁੜੇ ਲੋਭ ਛੁੱਟ ਗਿਆ ਤੇ ਵਾਹਿਗੁਰੂ ਨਾਲ ਬਣ ਆਈ, ਪਰਮੇਸ਼ਰ ਨਾਲ ਬਣ ਆਈ, ਪਰਮੇਸ਼ਰ ਨਾਲ। ਗੁਰਮੁਖ ਲੋਭ ਨਿਵਾਰੀਐ, ਹਰਿ ਸਿਉ ਬਣ ਆਈ।
कल्लर खेती बीजीए क्यों लाहा पावे। सतगुरु कहंदे कोई कल्लर विच बीज बीज देवे, कल्लर वाली मिट्टी जिहड़ी हुंदी है, कल्लर वाली जमीन, कि उहदे विच बीजिया बीज उगदा नहीं, फसल उगदी नहीं, उहदे विचों लाभ नहीं हासिल हुंदा। कल्लर वाली जमीन ਉਹ लाभ नहीं दिंदी। सतगुरु कहंदे कल्लर खेती बीजी है क्यों लाहा पावे। कल्लर विच बीज बीजण नाल, खेती बीजण नाल बंदा किवें लाहा प्राप्त करे, कदे भी हासिल नहीं हुंदा। गुरु नानक साहब ने कलराठी भी कहा, कल्लर वाली थां, कल्लर वाली जमीन, कि कलराठी विच बीजण नाल कुछ नहीं हासिल हुंदा। ਅਸੀਂ ਲੋਕ कलर वाली जमीन विच बीज पा रहे हैं, बीज बहुत पा रहे हैं, मेहनत बहुत कर रहे हैं, मशक्कत बड़ी कर रहे हैं, खून पसीना अपना पूरा बहा रहे हैं, पर सुख फिर भी नहीं है। क्योंकि फसल तो होनी चाहिए ना, सुख की फसल, सुख की खातर सारा कुछ करते हैं कि सुख मिलेगा, पैसा होगा सुख मिलेगा, घर बार होएगा सुख मिलेगा, धीआं पुत होणगे सुख मिलेगा, दिन रात इन्हां दे विच लगे हुए हैं, पर सुख फिर भी नहीं मिलता। सतगुरु कहंदे नहीं मिलता क्योंकि कलर विच बीज बीज रहे, ऐसी जमीन जड़ी उपजाऊ नहीं है। कलर खेती बीजिए क्यों लाहा पावै, मनमुख सच ना भीजई। सतगुरु कहंदे मनमुख बंदा सच विच नहीं भिजदा, मनमुख नूं झूठ प्यारा लगदा है, मनमुख झूठ विच भिजदा है। झूठ विच किवें भिजदा है मनमुख, मनमुख नूं ਉਹ ਗੱਲ ਚੰਗੀ लगदी जो सच है ही नहीं। लोग अपना जो असल चेहरा है ਉਹਦੇ ਤੋਂ उन्ने खुश नहीं हुंदे जिन्ना लोग इस नूं मेकअप करके, मेकओवर करके सोहना बनाउण तो बाद खुश हुंदे ने। ये तुसीं अक्सर देखोगे, क्योंकि उस चीज नूं देख के खुश हो रहे ने जो सच नहीं है। अपनी तस्वीर अपने फोन विच खिंच लैंदे ने फिल्टर लगा के, तो फिल्टर लाउण नाल वो तस्वीर बहुत सोहनी हो जाती है, बंदे की शक्ल, बंदे की सूरत बहुत खूबसूरत हो जाती, तो बंदा देखता मैं कितना सोहना लगता है, जबकि असल में कुछ होर है। सतगुरु कहते मनमुख बंदा झूठ नाल राजी हुंदा है, सच नाल नहीं, सच नाल नहीं। मनमुख सच ना भीजी, वो सच विच भिजदा ही नहीं, वो सच विच भिजदा ही नहीं। मनमुख बंदे नूं कोई बंदा सच्ची गल कहदा है तो उन्होंने बड़ा दुख लगता है, पर वो कोई झूठी तारीफ कर जाए तो उन्होंने बड़ी खुशी मिलती। तुसीं मनमुख बंदे की झूठी तारीफ करते हो, वो तुहानूं बहुत चंगा समझण लग जाएगा। क्यों? क्योंकि तुसीं उन्होंने एप्रीशिएट कर दिता, उहदी उस गल नूं एप्रीशिएट कर दिता जिहड़ी एप्रीशिएशन दे काबिल ही नहीं सी। इसलिए दुनिया में आही कुछ चलता है, दुनिया में एक दूसरे की झूठी तारीफ चलती है। तुसीं दूसरे की तारीफ करनी बंद कर दो, जां नहीं करते तो करनी शुरू कर दो बिना गल तो, एवें ही बस। बंदा कुछ गलत कर रहा, उन्होंने गलत करदे नूं भी तुसीं सही कह दो, लोग तुहानूं चंगा समझण लग जाणगे, क्योंकि लोग सच नहीं सुनना चाहते, लोग झूठ सुनना चाहते हैं। सतगुरु कहंदे मनमुख सच ना भुजई, मनमुख बंदे नूं सच नहीं पाउंदा, वो सच विच जुड़दा ही नहीं, उन्होंने झूठ चंगा लगता है, क्योंकि झूठ विच रहण दा आदी हो गया, झूठ विच रहण दा। मनमुख सच ना भीजई, कूड़ कूड़ गडावै, झूठ झूठ विच ही गड्डदा है, झूठ झूठ विच ही रलदा है, सच दे विच कदे झूठ रलदा है? कदे भी नहीं। सच दे विच सच ही रलदा है, झूठ विच झूठ ही रलदा है। इसलिए जिहो जे असीं हाँ, असीं उहो जिहे लोकां विच ही बहना उठना पसंद करते हैं। जे असीं सच्चे हाँ तो सच्चियां विच बैठांगे, झूठे हाँ तो झूठियां विच बैठांगे। जैसा साडा सुभाਅ है असीं अपने सुभाਅ वर्गे बंदे लभ ही लैंदे हैं, ये सुभाविक है।
ਕੁਦਰਤੀ ਹੈ ਕਿ ਸਾਡੇ ਆਲੇ ਦੁਆਲੇ ਉਹੋ ਜਿਹੇ ਲੋਕ ਇਕੱਠੇ ਹੋ ਜਾਂਦੇ ਨੇ ਜਿਹੋ ਜਿਹੇ ਅਸੀਂ ਹੁੰਦੇ ਹਾਂ। ਸਤਿਗੁਰੂ ਕਹਿੰਦੇ ਕੂੜ ਕੂੜ ਗੜਾਵੇ, ਕੂੜ ਕੂੜ ਵਿੱਚ ਹੀ ਗੱਡਦਾ, ਕੂੜ ਕੂੜ ਵਿੱਚ ਹੀ ਰਲਦਾ। ਲਾਲਚ ਛੋਡੋ ਅੰਧਿਓ, ਸਤਿਗੁਰੂ ਕਹਿੰਦੇ ਮਾਇਆ ਵਿੱਚ ਅੰਨੇ ਹੋਏ ਲੋਕੋ ਲਾਲਚ ਛੱਡੋ। ਲਾਲਚ ਛੋਡੋ ਅੰਧਿਓ, ਲਾਲਚ ਦੁੱਖ ਭਾਰੀ। ਲਾਲਚ ਬਹੁਤ ਦੁੱਖ ਦਿੰਦਾ ਜੇ, ਲਾਲਚ ਬੜਾ ਦੁੱਖ ਦਿੰਦਾ ਹੈ। ਲਾਲਚ ਕਰਕੇ ਹੀ ਬੰਦਾ ਫਸਦਾ ਜਦੋਂ ਫਸਦਾ। ਕਬੀਰ ਸਾਹਿਬ ਨੇ ਕਹੀ ਨਾ ਕਹਾਣੀ ਉਸ ਬੰਦਰ ਦੀ ਕਿ ਜਿਹੜਾ ਮੁੱਠ ਛੋਲਿਆਂ ਦੀ ਭਰ ਲੈਂਦਾ ਪਰ ਉਸ ਭਾਂਡੇ ਦੇ ਵਿੱਚੋਂ ਆਪਣਾ ਹੱਥ ਬਾਹਰ ਨਹੀਂ ਕੱਢ ਪਾਉਂਦਾ। ਕਿਉਂ? ਕਿਉਂਕਿ ਉਸ ਨੂੰ ਲੱਗਦਾ ਹੈ ਕਿ ਜੇ ਮੈਂ ਆਪਣੀ ਹੱਥ ਨੂੰ ਛੱਡ ਦੇਵਾਂਗਾ ਤਾਂ ਜਿਹੜੇ ਹੱਥ ਵਿੱਚ ਪਕੜੇ ਹੋਏ ਦਾਣੇ ਨੇ, ਛੋਲੇ ਨੇ, ਉਹ ਛੁੱਟ ਜਾਣਗੇ। ਉਹਨਾਂ ਨੂੰ ਛੱਡਦਾ ਨਹੀਂ ਤੇ ਉਹਦਾ ਹੱਥ ਬਾਹਰ ਨਿਕਲਦਾ ਨਹੀਂ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਕਿ ਮਰਕਟ ਨੇ, ਬੰਦਰ ਨੇ ਆਪਣੀ ਮੁੱਠੀ ਭਰ ਲਈ ਅਨਾਜ ਨਾਲ। ਹੁਣ ਉਸ ਬਰੀਕ ਜਿਹੇ ਭਾਂਡੇ ਵਿੱਚੋਂ ਜਿਹਦਾ ਮੂੰਹ ਬੜਾ ਛੋਟਾ ਹੈ, ਉਹਦੇ ਵਿੱਚੋਂ ਹੁਣ ਹੱਥ ਖਿੱਚਦਾ, ਨਿਕਲਦਾ ਨਹੀਂ। ਛੱਡ ਦੇਵੇ ਜੋ ਉਹਨੇ ਹੱਥ ਵਿੱਚ ਫੜਿਆ ਤਾਂ ਉਹ ਬਾਹਰ ਆ ਸਕਦਾ ਉਹਦਾ ਹੱਥ, ਪਰ ਉਹ ਨਹੀਂ ਛੱਡਦਾ। ਬਸ ਇਸੇ ਕਰਕੇ ਉਹ ਫੜਿਆ ਜਾਂਦਾ ਤੇ ਘਰ ਘਰ ਤਮਾਸ਼ਾ ਦਿਖਾਉਂਦਾ ਫਿਰਦਾ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਕਬੀਰ ਸਾਹਿਬ ਕਹਿੰਦੇ ਛੂਟਣ ਕੋ ਸਹਿਸਾ ਭਰਿਆ, ਕਿ ਹੁਣ ਮਨ ਵਿੱਚ ਸਹਿਮ ਪੈਦਾ ਹੋ ਗਿਆ, ਸਹਿਸਾ, ਕਿ ਮੈਂ ਛੁੱਟਾਂਗਾ ਕਿਵੇਂ, ਮੈਂ ਤਾਂ ਵੱਜ ਗਿਆ। ਜਦ ਕਿ ਉਹ ਵੱਜਾ ਨਹੀਂ ਹੈ, ਉਹ ਫਸਿਆ ਨਹੀਂ ਹੈ, ਉਹਨੂੰ ਕਿਸੇ ਨੇ ਨਹੀਂ ਬੰਨਿਆ। ਉਹਨੂੰ ਲੱਗਦਾ ਕਿ ਮੇਰਾ ਹੱਥ ਕਿਸੇ ਨੇ ਫੜ ਲਿਆ ਅੰਦਰੋਂ, ਕਿਸੇ ਨੇ ਨਹੀਂ ਫੜਿਆ, ਕਿਸੇ ਨੇ ਉਹਦਾ ਹੱਥ ਨਹੀਂ ਫੜਿਆ। ਉਹਦੇ ਲੋਭ ਨੇ ਉਹਨੂੰ ਫੜਿਆ, ਉਹਦੇ ਲਾਲਚ ਨੇ ਉਸ ਨੂੰ ਫੜ ਲਿਆ। ਜੇ ਉਹ ਛੱਡ ਦੇਵੇ ਆਪਣੇ ਹੱਥ ਵਿੱਚੋਂ ਤਾਂ ਨਿਕਲ ਸਕਦਾ, ਮੁਕਤ ਹੋ ਸਕਦਾ। ਸਤਿਗੁਰੂ ਕਹਿੰਦੇ ਛੂਟਣ ਕੋ ਸਹਿਸਾ ਭਰਿਆ, ਪਰ ਉਹ ਮਨ ਬੌਰਾ ਰੇ। ਨਾਚਿਓ ਘਰ ਘਰ ਵਾਰ, ਤੇ ਹੁਣ ਤਮਾਸ਼ਾ ਦਿਖਾਉਂਦਾ ਫਿਰਦਾ, ਮਦਾਰੀ ਲੈ ਗਿਆ ਫੜ ਕੇ ਉਹਨੂੰ। ਇਸ ਲਈ ਸਤਿਗੁਰੂ ਕਹਿੰਦੇ ਲਾਲਚ ਛੱਡੋ। ਲਾਲਚ ਮਰਵਾਉਂਦਾ ਹੈ ਆਦਮੀ ਨੂੰ ਹਮੇਸ਼ਾ। ਲਾਲਚ ਛੋਡੋ ਅੰਧਿਓ, ਲਾਲਚ ਦੁੱਖ ਭਾਰੀ। ਚੀਜ਼ ਛੋਟੀ ਦੀ ਹੁੰਦੀ ਹੈ ਤੇ ਉਹ ਛੋਟੀ ਜੀ ਚੀਜ਼ ਦਾ ਬਾਅਦ ਵਿੱਚ ਪਛਤਾਵਾ ਹੁੰਦਾ ਕਿ ਖਾਮ ਖਾ ਇਸ 10-20 ਰੁਪਈਏ ਪਿੱਛੇ ਆਪਣੀ ਇੱਜ਼ਤ ਗਵਾਈ। ਹਮੇਸ਼ਾ ਛੋਟੀ ਦੀ ਚੀਜ਼ ਦੇ ਲਾਲਚ ਕਰਕੇ ਬੰਦਾ ਮਰ ਜਾਂਦਾ। ਸਾਚੋ ਸਾਹਿਬ ਮਨ ਵਸੈ, ਹਉਮੈ ਬਿਖਮਾਰੀ। ਜਦੋਂ ਸੱਚਾ ਵਾਹਿਗੁਰੂ ਮਨ ਵਿੱਚ ਵਸਦਾ ਹੈ ਨਾ, ਤਦੋਂ ਹਉਮੈ ਮਿਟ ਜਾਂਦੀ, ਹਉਮੈ ਬਿਖਮਾਰੀ। ਹਉਮੈ ਦੀ ਜ਼ਹਿਰ ਖਤਮ ਹੋ ਜਾਂਦੀ ਜਦੋਂ ਉਹ ਸੱਚਾ ਵਾਹਿਗੁਰੂ ਮਨ ਵਸਦਾ, ਜਦੋਂ ਉਹ ਮਨ ਵਿੱਚ ਆ ਵਸਦਾ। ਇਹ ਖਿਆਲ ਰੱਖਣਾ, ਜਦੋਂ ਕਿਸੇ ਆਦਮੀ ਨੂੰ ਸੱਪ ਲੜਦਾ ਤਾਂ ਉਹਦੀ ਜ਼ਹਿਰ ਹੌਲੀ ਹੌਲੀ ਉਹਦੇ ਸਰੀਰ ਦੇ ਵਿੱਚ ਪੂਰੀ ਤਰ੍ਹਾਂ ਫੈਲਣ ਲੱਗ ਜਾਂਦੀ ਹੈ। ਜਦੋਂ ਪੂਰੀ ਤਰ੍ਹਾਂ ਫੈਲ ਜਾਂਦੀ ਹੈ ਤਾਂ ਆਦਮੀ ਡੈੱਡ ਹੋ ਜਾਂਦਾ ਹੈ, ਕਿਉਂਕਿ ਉਹ ਸੱਪ ਦੀ ਜ਼ਹਿਰ ਕੀ ਕਰਦੀ, ਖੂਨ ਨੂੰ ਗਾੜਾ ਕਰ ਦਿੰਦੀ ਹੈ। ਖੂਨ ਨੂੰ ਗਾੜਾ ਕਰ ਦਿੰਦੀ ਹੈ ਤੇ ਖੂਨ ਗਾੜਾ ਹੋਣ ਨਾਲ ਉਹਦੀ ਸਪਲਾਈ ਜਿਹੜੀ ਹੈ, ਉਹਦਾ ਵੇਗ ਬੰਦ ਹੋ ਜਾਂਦਾ ਹੈ। ਖੂਨ ਨਾੜਾਂ ਵਿੱਚੋਂ ਖੂਨ ਚੱਲਣਾ ਫਿਰਨਾ ਬੰਦ ਹੋ ਗਿਆ, ਕਿਉਂਕਿ ਉਹ ਸਖਤ ਹੋ ਗਿਆ, ਖੂਨ ਗਾੜਾ ਹੋ ਗਿਆ। ਤੇ ਹੌਲੀ ਹੌਲੀ ਉਹ ਹਾਰਟ ਤੱਕ ਪਹੁੰਚਦਾ ਹੈ। ਜਿਵੇਂ ਹਾਰਟ ਤੱਕ ਪਹੁੰਚਦਾ ਹੈ, ਹਾਰਟ ਵੀ ਕੰਮ ਕਰਨਾ ਬੰਦ ਹੋ ਜਾਂਦਾ ਹੈ ਤੇ ਆਦਮੀ ਡੈੱਡ, ਆਦਮੀ ਦੀ ਮੌਤ। ਜੇ ਉਹਨੂੰ ਰਹਿੰਦੇ ਸਮੇਂ ਦੇ ਵਿੱਚ ਬਹੁਤ ਜਲਦੀ ਤੋਂ ਜਲਦੀ ਉਹਨੂੰ ਐਂਟੀਡੋਟ ਮਿਲ ਜਾਏ, ਉਹਨੂੰ ਜ਼ਹਿਰ ਨੂੰ ਖਤਮ ਕਰਨ ਵਾਲੀ ਦਵਾ ਮਿਲ ਜਾਏ, ਤਾਂ ਉਹਦੀ ਜਾਨ ਬਚ ਜਾਂਦੀ ਹੈ, ਉਹ ਆਦਮੀ ਬਚ ਜਾਂਦਾ ਹੈ। ਹੁਣ ਐਸਾ ਜਾਣੋ, ਸਾਡੇ ਅੰਦਰ ਹੈ ਹਉਮੈ ਦੀ ਜ਼ਹਿਰ, ਜਿਹੜੀ ਸਾਨੂੰ ਰੋਜ਼ ਹੌਲੀ ਹੌਲੀ ਮਾਰਦੀ ਹੈ। ਹੰਕਾਰ, ਸਾਡੀ ਹਉਮੈ, ਇਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਸਤਿਗੁਰੂ ਕਹਿੰਦੇ ਹਉਮੈ ਬਿਖ, ਹਉਮੈ ਦੀ ਜ਼ਹਿਰ, ਇਹ ਸਾਨੂੰ ਮਾਰਦੀ ਰੋਜ਼। ਤੇ ਇਸ ਹਉਮੈ ਦੀ ਜ਼ਹਿਰ ਤੋਂ ਕੌਣ ਬਚਾਉਂਦਾ ਹੈ? ਇਸ ਹਉਮੈ ਦੀ ਜ਼ਹਿਰ ਤੋਂ ਉਹ ਵਾਹਿਗੁਰੂ। ਜਦੋਂ ਅਸੀਂ ਉਸ ਸੱਚੇ ਵਾਹਿਗੁਰੂ ਦੇ ਵਿੱਚ ਜੁੜਦੇ ਹਾਂ, ਉਹ ਵਾਹਿਗੁਰੂ ਸਾਡੇ ਮਨ ਵਿੱਚ ਵਸਦਾ ਹੈ, ਉਹਦੇ ਨਾਮ ਦਾ ਐਂਟੀਡੋਟ ਕਹਿ ਲਓ, ਉਹਦੇ ਨਾਮ ਦੀ ਦਵਾ ਜਦੋਂ ਸਾਡੇ ਹਿਰਦੇ ਵਿੱਚ ਵਸਦੀ ਹੈ, ਤਾਂ ਅਸੀਂ ਇਸ ਜ਼ਹਿਰ ਤੋਂ ਮੁਕਤ ਹੁੰਦੇ ਹਾਂ, ਇਸ ਹਉਮੈ ਦੀ ਜ਼ਹਿਰ ਤੋਂ। ਇਹਦੇ ਤੋਂ ਮੁਕਤੀ ਮਿਲਦੀ। ਸਾਚੋ ਸਾਹਿਬ ਮਨ ਵਸੈ, ਹਉਮੈ ਬਿਖਮਾਰੀ। ਜਿਵੇਂ ਹੀ ਮਨ ਵਿੱਚ ਵਸਿਆ, ਹਉਮੈ ਗਈ। ਜਿਵੇਂ ਹੀ ਉਹ ਸਾਡੇ ਮਨ ਵਿੱਚ ਆਇਆ, ਬੰਦਾ ਠੀਕ ਹੋ ਗਿਆ,
ਜਿਵੇਂ ਹੀ ਦਵਾ ਪੂਰੇ ਸਰੀਰ ਵਿੱਚ ਫੈਲ ਗਈ, ਉਸੇ ਤਰ੍ਹਾਂ ਸਾਡੇ ਅੰਦਰ ਬਿਲਕੁਲ ਠੀਕ ਹੋ ਗਿਆ, ਰੋਗ ਤੋਂ ਮੁਕਤ ਹੋ ਗਿਆ, ਮਰਨੋਂ ਬਚ ਗਏ। ਹਉਮੈ ਵਿੱਚ ਮਰਨੋਂ ਅਸੀਂ ਤਾਂ ਹੀ ਬਚਦੇ ਹਾਂ ਜਦੋਂ ਗੁਰੂ ਚਰਨਾਂ ਨਾਲ ਜੁੜ ਜਾਂਦੇ ਹਾਂ। ਸਤਿਗੁਰੂ ਕਹਿੰਦੇ ਦੁਬਿਧਾ ਛੋੜ ਕੁਵਾਟੜੀ ਮੂਸੋਗੇ ਭਾਈ। ਸਤਿਗੁਰੂ ਕਹਿੰਦੇ ਦੁਬਿਧਾ ਛੱਡੋ। ਦੁਬਿਧਾ, ਦੁਚਿੱਤਾਪਨ, ਮਨ ਹਮੇਸ਼ਾ ਸਾਨੂੰ ਦੁਬਿਧਾ ਵਿੱਚ ਪਾਈ ਰੱਖਦਾ, ਦੁਚਿੱਤੇਪਨ ਵਿੱਚ। ਕਈ ਵਾਰੀ ਤੁਸੀਂ ਕਿਹਾ ਹੋਇਆ ਕਿ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ, ਇਹਨੂੰ ਦੁਬਿਧਾ ਕਹਿੰਦੇ ਨੇ। ਕਿ ਬਹੁਤ ਸਾਰੀਆਂ ਸਾਡੇ ਕੋਲ ਚੀਜ਼ਾਂ ਕਿ ਆਹ ਕਰਾਂ, ਇੱਧਰ ਜਾਵਾਂ, ਆਹ ਕਰਾਂ, ਕੁਛ ਨਹੀਂ ਸਮਝ ਆਉਂਦਾ, ਪਤਾ ਨਹੀਂ ਲੱਗਦਾ ਕੀ ਕਰਾਂ। ਜਿਹੜਾ ਬੰਦਾ ਇਸ ਤਰ੍ਹਾਂ ਦੀ ਦੁਬਿਧਾ ਵਿੱਚ ਪਿਆ ਹੋਇਆ, ਉਹ ਸਹੀ ਫੈਸਲਾ ਨਹੀਂ ਲੈ ਪਾਉਂਦਾ ਕਦੇ। ਜੇ ਉਹ ਜਲਦਬਾਜ਼ੀ ਵਿੱਚ ਫੈਸਲਾ ਲੈ ਵੀ ਲਵੇ ਤਾਂ ਫਿਰ ਦੁਖੀ ਹੁੰਦਾ ਬਾਅਦ ਵਿੱਚ। ਸਤਿਗੁਰੂ ਕਹਿੰਦੇ ਦੁਬਿਧਾ ਛੱਡ ਦੇਵੋ, ਦੁਚਿੱਤਾਪਨ ਆਪਣੇ ਅੰਦਰੋਂ ਮਿਟਾਵੋ। ਕੁਵਾਟੜੀ, ਕੁਵਾਟੜੀ ਮਤਲਬ ਮਾੜਾ ਰਾਹ, ਵਾਟ ਹੁੰਦਾ ਰਸਤਾ, ਕੁਵਾਟ ਮਾੜਾ ਰਾਹ, ਮਾੜਾ ਮਾਰਗ ਕਿ ਗਲਤ ਰਾਹ। ਸਤਿਗੁਰੂ ਕਹਿੰਦੇ ਦੁਬਿਧਾ ਛੱਡੋ, ਗਲਤ ਮਾਰਗ ਤੇ ਤੁਰਨਾ ਛੱਡੋ। ਜੇ ਤੁਸੀਂ ਨਹੀਂ ਛੱਡੋਗੇ ਤਾਂ ਮੂਸੋਗੇ ਭਾਈ, ਠੱਗੇ ਜਾਓਗੇ, ਲੁੱਟੇ ਜਾਓਗੇ। ਇਸ ਲਈ ਜੇ ਚਾਹੁੰਦੇ ਹੋ ਕਿ ਲੁੱਟੇ ਨਾ ਜਾਈਏ, ਬਚ ਜਾਈਏ, ਤਾਂ ਫਿਰ ਮਾਇਆ ਦੇ ਰਾਹ ਤੇ ਤੁਰਨਾ ਛੱਡ ਦੇਵੋ, ਕਾਮ ਕ੍ਰੋਧ ਦੇ ਰਾਹ ਤੇ ਜਾਣਾ ਛੱਡ ਦੇਵੋ। ਇਹਨਾਂ ਵਿੱਚ ਫਸਿਆ ਬੰਦਾ ਦੁਬਿਧਾ ਵਿੱਚ ਪਿਆ ਰਹਿੰਦਾ ਹੈ। ਦੁਬਿਧਾ ਛੋੜ ਕੁਵਾਟੜੀ ਮੂਸੋਗੇ ਭਾਈ, ਅਹਨਿਸ ਨਾਮ ਸਲਾਹੀਐ। ਦਿਨ ਰਾਤ ਉਸ ਵਾਹਿਗੁਰੂ ਦੇ ਨਾਮ ਨੂੰ ਸਲਾਉਣਾ ਚਾਹੀਦਾ। ਸਤਿਗੁਰ ਸਰਣਾਈ, ਸਤਿਗੁਰੂ ਦੀ ਸ਼ਰਨ ਪੈ ਕੇ, ਗੁਰੂ ਚਰਨਾਂ ਨਾਲ ਜੁੜ ਕੇ। ਮਨਮੁਖ ਪੱਥਰ ਸੈਲ ਹੈ, ਤ੍ਰਿਗ ਜੀਵਨ ਫੀਕਾ। ਸਤਿਗੁਰੂ ਕਹਿੰਦੇ ਮਨਮੁਖ ਬੰਦਾ ਜਿਹੜਾ ਹੈ ਨਾ, ਉਹ ਪੱਥਰ ਵਰਗਾ ਹੈ। ਮਨਮੁਖ ਆਦਮੀ ਪੱਥਰ ਜੈਸਾ ਹੈ, ਪੱਥਰ ਵਰਗਾ ਸਖਤ, ਜਰਾ ਵੀ ਦਇਆ ਨਹੀਂ ਹੈ ਉਹਦੇ ਅੰਦਰ। ਮਨਮੁਖ ਪੱਥਰ ਸੈਲ ਹੈ, ਤ੍ਰਿਗ ਜੀਵਨ ਫੀਕਾ। ਉਹਦਾ ਜੀਵਨ ਤ੍ਰਿਗ ਹੈ ਤੇ ਫਿੱਕਾ, ਫਿੱਕਾ। ਤੁਸੀਂ ਘਰ ਜਾਓ, ਹੁਣ ਘਰ ਜਾਓ, ਘਰ ਤੁਹਾਨੂੰ ਜਾਂਦੇ ਬ੍ਰੇਕਫਾਸਟ ਤਿਆਰ ਹੈ, ਪਰ ਜਿਹੜੀ ਦਾਲ ਨਾਲ ਤੁਹਾਨੂੰ ਸਵੇਰ ਦੀ ਰੋਟੀ ਦਿੱਤੀ ਜਾ ਰਹੀ ਹੈ, ਉਹਦੇ ਵਿੱਚ ਨਾ ਨਮਕ ਹੈ, ਨਾ ਮਿਰਚ ਹੈ, ਕੁਛ ਵੀ ਨਹੀਂ, ਫਿੱਕਾ ਬੇਸਵਾਦਾ ਤੁਹਾਡੇ ਸਾਹਮਣੇ ਰੱਖ ਦਿੱਤਾ। ਤੁਸੀਂ ਇੱਕ ਬੁਰਕੀ ਲਾਉਂਦਿਆਂ ਹੀ ਉੱਥੇ ਹੀ ਛੱਡ ਦੇਵੋਗੇ। ਹੋ ਸਕਦਾ ਗੁੱਸੇ ਵਿੱਚ ਕੁਛ ਨਾ ਕੁਛ ਮੰਦਾ ਚੰਗਾ ਬੋਲ ਵੀ ਦੇਵੋ, ਕਿਉਂਕਿ ਫਿੱਕਾ ਬੇਸਵਾਦਾ, ਕੁਛ ਵੀ ਨਹੀਂ ਹੈ ਉਹਦੇ ਵਿੱਚ, ਬੇਕਾਰ। ਕਿ ਇਹਦੇ ਨਾਲੋਂ ਤਾਂ ਚੰਗਾ ਮੈਂ ਅਚਾਰ ਨਾਲ ਰੋਟੀ ਖਾ ਲੈਂਦਾ, ਇਹੋ ਜਿਹੀ ਸਬਜ਼ੀ ਨਾਲੋਂ। ਸਤਿਗੁਰੂ ਕਹਿੰਦੇ ਮਨਮੁਖ ਬੰਦੇ ਦਾ ਜੀਵਨ ਇਸ ਤਰ੍ਹਾਂ ਦਾ ਤ੍ਰਿਗ ਫਿੱਕਾ ਹੈ, ਕੋਈ ਰਸ ਨਹੀਂ ਹੈ, ਕੋਈ ਸਵਾਦ ਨਹੀਂ ਹੈ, ਜ਼ਿੰਦਗੀ ਬੇਸਵਾਦੀ, ਫਿੱਕੀ। ਮਨਮੁਖ ਪੱਥਰ ਸੈਲ ਹੈ। ਜਿਵੇਂ ਪੱਥਰ ਦਾ ਕੋਈ ਸਵਾਦ ਥੋੜੀ ਹੁੰਦਾ, ਪੱਥਰ ਦਾ ਕੀ ਸਵਾਦ ਹੈ, ਕੁਛ ਵੀ ਨਹੀਂ ਹੈ। ਅਲੂਣੀ ਸੈੱਲ ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ। ਪੱਥਰ ਸੈਲ ਹੈ, ਤ੍ਰਿਗ ਜੀਵਨ ਫੀਕਾ, ਜਲ ਮੈਂ ਕੀਤਾ ਰਾਖੀ ਹੈ। ਐਸੇ ਬੰਦੇ ਨੂੰ, ਉਸ ਪੱਥਰ ਨੂੰ ਪਾਣੀ ਵਿੱਚ ਜਿੰਨਾ ਚਿਰ ਮਰਜ਼ੀ ਰੱਖੋ, ਅਬ ਅੰਤਰ ਸੁੱਕਾ, ਅੰਦਰੋਂ ਸੁੱਕਾ ਹੀ ਰਹਿੰਦਾ, ਪੱਥਰ ਕਦੇ ਭਿੱਜਦਾ ਹੀ ਨਹੀਂ। ਸਤਿਗੁਰੂ ਕਹਿੰਦੇ ਮਨਮੁਖ ਬੰਦੇ ਨੂੰ ਜਿੰਨਾ ਮਰਜ਼ੀ ਰੱਬ ਦਾ ਨਾਮ ਸੁਣਾਓ, ਉਹਨੂੰ ਚੰਗਿਆਂ ਬੰਦਿਆਂ ਵਿੱਚ ਬਿਠਾਓ, ਉਹ ਪੱਥਰ ਦਾ ਪੱਥਰ ਹੀ ਰਹਿੰਦਾ, ਅੰਦਰੋਂ ਪੱਥਰ ਹੀ ਹੈ। ਉਹਦੇ ਤੇ ਕੋਈ ਅਸਰ ਨਹੀਂ ਹੁੰਦਾ, ਕੋਈ ਫਰਕ ਨਹੀਂ ਪੈਂਦਾ ਉਹਨੂੰ। ਉਸੇ ਤਰ੍ਹਾਂ ਉਹਨੂੰ ਕੋਈ ਫਰਕ ਹੀ ਨਹੀਂ ਹੈ, ਉਹ ਅਭਿੱਜ ਪਿਆ। ਇਸ ਲਈ ਮਨਮੁਖ ਬੰਦਾ ਗੁਰੂ ਦੇ ਦਰ ਆਇਆ ਨਾ ਆਇਆ ਇੱਕ ਸਮਾਨ ਹੀ ਹੁੰਦਾ, ਜਿਹਾ ਉਹ ਘਰ ਵਿੱਚ ਹੈ, ਜਿਹਾ ਉਹ ਗੁਰਦੁਆਰੇ ਹੈ, ਕਿਉਂਕਿ ਕੋਈ ਅਸਰ ਹੀ ਨਹੀਂ ਸ਼ਬਦ ਦਾ। ਇਸ ਲਈ ਆਉਣਾ ਨਾ ਆਉਣਾ ਮਨਮੁਖ ਵਾਸਤੇ ਇੱਕੋ ਜਿਹਾ ਹੀ ਹੁੰਦਾ। ਜਲ ਮੈਂ ਕੀਤਾ ਰਾਖੀਐ, ਅਬ ਅੰਤਰ ਸੁੱਕਾ, ਹਰ ਕਾ ਨਾਮ ਨਿਧਾਨ ਹੈ, ਪੂਰਾ ਗੁਰ ਦੀਆ। ਵਾਹਿਗੁਰੂ ਦਾ ਨਾਮ ਹੈ ਨਿਧਾਨ, ਖਜ਼ਾਨਾ। ਇਹ ਗੁਰੂ ਨੇ ਬਖਸ਼ਿਆ ਮੈਨੂੰ, ਪੂਰਾ ਗੁਰ ਦੀਆ। ਸਤਿਗੁਰੂ ਨੇ ਦਿੱਤਾ, ਨਾਨਕ ਨਾਮ ਨਾ ਵਿਸਰੈ। ਸਤਿਗੁਰੂ ਕਹਿੰਦੇ ਹੇ ਭਾਈ, ਵਾਹਿਗੁਰੂ ਦਾ ਨਾਮ ਕਦੇ ਵਿਸਰੇ ਨਾ। ਮੱਥ ਅੰਮ੍ਰਿਤ ਪੀਆ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਮੱਥ ਲੈਂਦਾ, ਉਸ ਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ।
ਉਹਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ, ਉਹ ਰਸ ਨਾਲ ਭਰ ਜਾਂਦਾ ਹੈ, ਉਹਦਾ ਜੀਵਨ ਆਨੰਦ ਨਾਲ ਭਰਦਾ ਹੈ। ਜਿਸ ਬੰਦੇ ਦੇ ਅੰਦਰ ਵਾਹਿਗੁਰੂ ਦਾ ਨਾਮ ਆ ਵਸਦਾ ਹੈ, ਸਤਿਗੁਰੂ ਰਹਿਮਤ ਕਰੇ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸੇ। ਉਸ ਨਾਮ ਰਾਹੀਂ, ਉਸ ਨਾਮ ਨੂੰ ਮੱਥ ਕੇ ਅਸੀਂ ਨਾਮ ਅੰਮ੍ਰਿਤ ਤੱਕ ਆਪਣ ਸਕੀਏ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।